Friends, my name is Rakesh Raman. I am a journalist and a social activist. I run various editorial projects, including news sites and a number of digital magazines. Among them is an exclusive editorial section which is named Rural Resistance, and it is about protests by farmers in India. This is a comprehensive editorial section which contains a number of news stories, events, and other issues related to these ongoing protests by the farmers. Plus, I run an international magazine also, which is named Fact Farm and Crop Times. This is an international magazine on agriculture and farming affairs. मेरा नाम राकेश रमन है। मैं एक जर्नलिस्ट हाँ और सोशल एक्टिविस्ट हूँ। मैं कई एडिटोरियल प्रोजेक्ट्स न्यूज़ साइट्स और डिजिटल मैगਜ਼ੀਨਸ ਚਲਾਉਂਦਾ ਹਾਂ ਜਿਹਦੇ ਵਿੱਚ ਇੱਕ ਐਕਸਕਲੂਸਿਵ ਐਡੀਟੋਰੀਅਲ ਸੈਕਸ਼ਨ ਹੈ ਜਿਹਦਾ ਨਾਮ ਹੈ ਰੂਰਲ ਰੈਜ਼ਿਸਟੈਂਸ। ਇਹਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ ਫਾਰਮਰਸ ਦੇ ਥਰੂ ਦਿੱਲੀ ਦੇ ਇਰਦ ਗਿਰਦ ਉਹਨਾਂ ਨੂੰ ਕਵਰ ਕਰਦਾ ਹਾਂ ਔਰ ਹੋਰ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਕਵਰ ਕਰਦਾ ਹਾਂ। ਇਹ ਇੱਕ ਐਡੀਟੋਰੀਅਲ ਸੈਕਸ਼ਨ ਹੈ ਤੇ ਨਾਲ ਹੀ ਮੈਂ ਇੱਕ ਮੈਗਜ਼ੀਨ ਵੀ ਚਲਾਉਂਦਾ ਜਿਹਦਾ ਨਾਮ ਹੈ ਫੈਕਟ। ਫੈਕਟ ਮੀਨਸ ਫੈਕਟ ਸਟੈਂਡਸ ਫॉर farm and crop times. This is an international magazine on farming and agricultural affairs. ਤਾਂ ਮੈਂ recently I created a video about the SWOT analysis of these demonstrations and farmers agitation. ਮੈਂ ਹੁਣੇ ਰੀਸੈਂਟਲੀ ਇੱਕ ਸਵਾਟ ਐਨਾਲਿਸਿਸ ਦੇ ਉੱਤੇ ਵੀ ਇੱਕ ਵੀਡੀਓ ਬਣਾਇਆ ਸੀ ਫਾਰਮਰਸ ਦੇ ਐਜੀਟੇਸ਼ਨ ਦੇ ਬਾਰੇ। ਸਵਾਟ ਮੀਨਸ ਸਟਰੈਂਥਸ, ਵੀਕਨੈਸਿਸ, ਓਪਰਚੁਨਿਟੀਜ਼ ਐਂਡ ਥ੍ਰੈਟਸ, ਕਿ ਇਸ ਮੂਵਮੈਂਟ ਦੀਆਂ ਤਾਕਤਾਂ, ਉਹਦੀਆਂ ਕਮਜ਼ੋਰੀਆਂ, ਉਹਦੀਆਂ ਓਪਰਚੁਨਿਟੀਜ਼ ਯਾਨੀ ਕਿ ਅਵਸਰ ਉਹਦੇ ਵਿੱਚ ਕਿਹੜੇ ਕਿਹੜੇ ਹੋ ਸਕਦੇ ਹੈਗੇ ਆ ਜਾਂ ਇਹਨੂੰ ਕਿਹੜੀ ਕਿਹੜੀ ਗੱਲ ਤੋਂ ਖਤਰਾ ਹੈ। ਤਾਂ ਇਹਦੇ ਉੱਤੇ ਮੈਂ ਇੱਕ ਰੀਸੈਂਟਲੀ ਵੀਡੀਓ ਬਣਾਇਆ ਸੀ। ਉਸ ਤੋਂ ਬਾਅਦ ਅੱਜ ਮੈਂ ਇੱਕ ਨੈਕਸਟ ਵੀਡੀਓ ਆਪਣਾ ਬਣਾ ਰਿਹਾ ਹੈਗਾ ਜਿਹਦੇ ਵਿੱਚ ਮੈਂ ਇਹ ਬੇਸਿਕਲੀ ਫਾਰਮਰਸ ਦਾ ਪੁਆਇੰਟ ਆਫ ਵਿਊ ਆਈ ਵਾਂਟ ਟੂ ਐਨਾਲਾਈਜ਼। In this video, I want to analyze farmers' point of view, that how they are considering or interpreting the outcome of their meetings with the government. ਉਹ ਆਪਣੀਆਂ ਜਿਹੜੀਆਂ ਗਵਰਨਮੈਂਟ ਦੇ ਨਾਲ ਮੀਟਿੰਗਸ ਹੋ ਰਹੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਇੰਟਰਪ੍ਰੇਟ ਕਰਦੇ ਹੈਗੇ। Unfortunately, there is no record of these meetings which they are holding with the government ministers. ਇਹਦਾ ਕੋਈ ਵੀ ਰਿਕਾਰਡ ਨਹੀਂ ਹੈ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਕੋਈ ਵੀ ਸੀਕ੍ਰੇਟ ਮੀਟਿੰਗਸ ਹੋ ਰਹੀਆਂ ਹੈਗੀਆਂ। ਬਾਹਰ ਆ ਕੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਇਹ ਫਾਰਮ ਲੀਡਰਸ ਇੰਟਰਪ੍ਰੇਟ ਕਰਦੇ ਹੈਗੇ। ਬਾਹਰ ਆਉਂਦਿਆਂ ਹੀ ਇਹਨਾਂ ਮੀਟਿੰਗਸ ਤੋਂ ਬਾਹਰ ਆਉਂਦਿਆਂ ਹੀ ਉਹ ਲੋਕਾਂ ਦੇ ਨਾਲ ਜਾਂ ਪ੍ਰੈਸ ਵਾਲਿਆਂ ਦੇ ਨਾਲ, ਮੀਡੀਆ ਵਾਲਿਆਂ ਦੇ ਨਾਲ ਜਿਹੜੇ ਉਲਝ ਜਲੂਲ ਜਿਹੜੇ ਸਵਾਲ ਪੁੱਛਦੇ ਹੈਗੇ ਉਹਨਾਂ ਕੋਲੋਂ, ਉਹਦੇ ਕੁਝ ਉਲਝ ਜਲੂਲ ਜਵਾਬ ਦੇਈ ਜਾਂਦੇ ਹੈਗੇ ਆ, ਉਹ ਜਿਹਦਾ ਕੋਈ ਮਤਲਬ ਹੀ ਨਹੀਂ ਹੈ। ਉਹ ਕਹੀ ਜਾਂਦੇ ਹੈਗੇ ਹੈ ਕਿ ਇਸ ਤਰ੍ਹਾਂ ਦਾ ਇੱਕ ਇੰਪ੍ਰੈਸ਼ਨ ਦੇ ਰਹੇ ਹੈਗੇ ਹੈ ਕਿ 50% ਡਿਮਾਂਡਸ ਮੰਨ ਲਈਆਂ ਹੈਗੀਆਂ, ਜਿਸ ਵੇਲੇ ਜਾਂ ਉਹ ਖੁਦ ਕਹਿੰਦੇ ਹੈਗੇ ਹੈ ਜਾਂ ਮੀਡੀਆ ਜਾਂ ਹੋਰ ਜਿਹੜੇ ਐਨਾਲਿਸਟ ਹੈਗੇ ਉਹਨੂੰ ਐਨਾਲਾਈਜ਼ ਕਰਦੇ ਹੈਗੇ ਹੈ ਕਿ ਕਿਸਾਨਾਂ ਦੀਆਂ 50% ਡਿਮਾਂਡਸ ਮੰਨ ਲਈਆਂ ਸਰਕਾਰ ਨੇ। ਉਹ ਬਿਲਕੁਲ ਇੱਕ ਰੋਂਗ ਇੰਟਰਪ੍ਰੀਟੇਸ਼ਨ ਹੈ, ਉਹ ਬਿਲਕੁਲ ਇੱਕ ਗਲਤ ਇੰਟਰਪ੍ਰੀਟੇਸ਼ਨ ਹੈ। ਕੋਈ 50% ਨਹੀਂ, 1% ਵੀ ਨਹੀਂ ਮੰਨੀਆਂ ਗਈਆਂ ਡਿਮਾਂਡਸ। ਇਹਨੂੰ ਤੁਸੀਂ ਸਮਝੋ। ਨਾਓ ਦਿਸ ਸਿਚੁਏਸ਼ਨ ਇਜ਼ ਲਾਈਕ 0 and 1। ਜੇਕਰ ਡਿਮਾਂਡਸ ਉਹਨਾਂ ਦੀਆਂ ਡਿਮਾਂਡ ਹੈ ਕੀ ਹੈ? ਪਹਿਲੀ ਸਭ ਤੋਂ ਵੱਡੀ ਉਹਨਾਂ ਦੀ ਡਿਮਾਂਡ ਹੈ ਰਿਪੀਲ ਆਫ ਦਿਸ ਰਿਵੋਕੇਸ਼ਨ ਆਫ ਦਿਸ 3 ਫਾਰਮ ਲਾਜ਼। ਜਿਹੜੇ 3 ਕਾਨੂੰਨ ਹੈਗੇ ਉਹਨਾਂ ਦੀ ਰਿਵੋਕੇਸ਼ਨ ਯਾਨੀ ਕਿ ਉਹਨਾਂ ਦੀ ਵਿਡਰਾਅਲ ਹੋਣਾ ਚਾਹੀਦਾ ਹੈਗਾ। ਇਹ ਉਹਨਾਂ ਦੀ ਮੇਨ ਡਿਮਾਂਡ ਹੈ। ਦਿਸ ਇਜ਼ ਦੇਅਰ ਮੇਨ ਡਿਮਾਂਡ। ਦ ਸੈਕੰਡ ਮੇਨ ਡਿਮਾਂਡ ਇਜ਼ to give some kind of legal guarantee for MSPs on 23 crops। ਯਾਨੀ ਕਿ 23 ਜਿਹੜੀਆਂ ਫਸਲਾਂ ਹੈਗੀਆਂ ਉਹਨਾਂ ਦੇ ਉੱਤੇ ਇੱਕ ਲੀਗਲ ਗਾਰੰਟੀ ਯਾਨੀ ਕਿ ਕਾਨੂੰਨ ਬਣਾਇਆ ਜਾਏ ਕਿ ਸਾਰੀਆਂ ਦੇ ਸਾਰੇ 23 ਜਿਹੜੀਆਂ ਫਸਲਾਂ ਹੈਗੀਆਂ ਸਾਰੇ ਕੰਟਰੀ ਦੇ ਵਿੱਚ ਉਹਨਾਂ ਨੂੰ ਇੱਕ ਮਿਨੀਮਮ ਸਪੋਰਟ ਪ੍ਰਾਈਸ ਮਿਲੇ, ਜਿਹੜੀ ਕਿ this is almost an impossible kind of demand for any government to agree to। ਯਾਨੀ ਕਿ ਕੋਈ ਵੀ ਗਵਰਨਮੈਂਟ ਇਹਦੇ ਉੱਤੇ ਐਗਰੀ ਜੇਕਰ ਉਹ ਕਰਨਗੀਆਂ ਤਾਂ ਗਵਰਨਮੈਂਟ ਦਾ ਦਿਵਾਲਾ ਨਿਕਲ ਜਾਏਗਾ।
government will go bankrupt if they accept this demand of MSP on all the crops in all the states of India। ਤਾਂ ਇਹ ਮੰਨੀ ਨਹੀਂ ਜਾ ਸਕਦੀ ਹੈਗੀ। ਤਾਂ ਦੋ ਜਿਹੜੀਆਂ ਮੇਨ ਡਿਮਾਂਡਸ ਹੈ, ਤਿੰਨ ਲਾਜ਼ ਨੂੰ ਖਤਮ ਕਰਨ ਦੀ ਔਰ ਦੂਸਰੀ MSP ਨੂੰ ਲੀਗਲ ਗਾਰੰਟੀ ਦੇਣ ਦੀ, ਇਹ ਦੋਨੋਂ ਹੀ ਡਿਮਾਂਡਸ ਬਹੁਤ ਮੁਸ਼ਕਿਲ ਇੰਪੋਸੀਬਲ ਹੈ ਕਿ ਗਵਰਨਮੈਂਟ ਮੰਨੇ। ਤਾਂ ਇਹ ਗਵਰਨਮੈਂਟ ਦੇ ਨਾਲ ਕੀ ਮੀਟਿੰਗਸ ਕੀ ਕਰੀ ਜਾ ਰਹੇ ਹੈਗੇ ਹੈ। 8 ਮੀਟਿੰਗਸ ਦੇ ਬਾਅਦ ਵੀ ਕੁਝ ਨਤੀਜਾ ਨਹੀਂ ਨਿਕਲਿਆ, ਫਿਰ ਅਗਲੀ ਮੀਟਿੰਗ 8 ਤਰੀਕ ਨੂੰ ਜਾਣ ਵਾਸਤੇ ਤਿਆਰ ਬੈਠੇ ਹੈ। But this is the height of stupidity. Now these farmers are living in, or farm leaders I would say, they are living in some kind of fool's paradise। ਉਹ ਸੋਚ ਰਹੇ ਹੈਗੇ ਕਿ ਸਭ ਕੁਝ ਠੀਕ ਹੋ ਰਿਹਾ ਹੈ, ਔਰ ਉਸੇ ਤਰ੍ਹਾਂ ਜੋ ਉਹ ਸੋਚਦੇ ਹੈਗੇ ਉਹਨੂੰ ਹੀ ਬਾਹਰ ਆ ਕੇ ਉਹ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ। ਜਿਹੜੇ ਵਿਚਾਰੇ ਬੰਦੇ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ, ਇੰਨੀ ਸਰਦੀ ਦੇ ਵਿੱਚ ਬਰਸਾਤ ਦੇ ਵਿੱਚ ਆ ਕੇ ਆਪਣੇ ਘਰ-ਬਾਰ ਛੱਡ ਕੇ ਬੈਠੇ ਹੋਏ ਆ, ਉਹਨਾਂ ਨੂੰ ਗੁੰਮਰਾਹ ਕਰ ਰਹੇ ਆ ਫਾਰਮ ਲੀਡਰਸ। ਇਹ ਰਿਐਲਿਟੀ ਦੱਸਣ ਦੀ ਬਜਾਏ ਉਹਨਾਂ ਨੂੰ ਕਹਿ ਰਹੇ ਹੈਗੇ ਹੈ ਕਿ ਕਦੀ ਕਹਿੰਦੇ ਆ ਕੇ ਗਵਰਨਮੈਂਟ ਦਾ ਐਟੀਟਿਊਡ ਬਹੁਤ ਪੋਜ਼ਿਟਿਵ ਸੀ ਜੀ, ਪਿਛਲੀ ਮੀਟਿੰਗ ਬਹੁਤ ਪੋਜ਼ਿਟਿਵ ਸੀ ਜੀ, ਉਹਦੇ ਵਿੱਚ ਲੰਚ ਖਾਇਆ ਜੀ ਸਾਡੇ ਨਾਲ ਮਿਨਿਸਟਰਸ ਨੇ। ਇਹ ਕੋਈ ਆਊਟਕਮ ਹੈ? ਇਜ਼ ਦਿਸ ਸਮ ਕਾਈਂਡ ਆਫ ਅਚੀਵਮੈਂਟ ਆਫ ਦਿਸ ਫਾਰਮ ਲੀਡਰਸ that they are discussing with these protesters? This is ridiculous. They should immediately stop this kind of interpretation of their meetings, secret meetings I would say, with the government. These are secret meetings। ਸਭ ਤੋਂ ਪਹਿਲੀ ਚੀਜ਼ ਹੈ ਕਿ ਜਿਹੜੀਆਂ ਪਿਛਲੀਆਂ 8 ਮੀਟਿੰਗਸ ਹੋਈਆਂ ਹੈਗੀਆਂ ਉਹਨਾਂ ਦਾ ਰਿਕਾਰਡ ਪ੍ਰੋਡਿਊਸ ਕਰੋ। ਉੱਥੇ ਮੀਟਿੰਗਸ ਦੇ ਵਿੱਚ ਡਿਸਕਸ ਕੀ ਹੋਇਆ ਹੈਗਾ, ਉਹਦੀ ਰਿਕਾਰਡਿੰਗ, ਆਡੀਓ ਵੀਡੀਓ ਰਿਕਾਰਡਿੰਗ ਔਰ ਟੈਕਸਟ ਰਿਕਾਰਡਿੰਗ ਉਹਦੀ ਪਬਲਿਕਲੀ ਅਵੇਲੇਬਲ ਹੋਣੀ ਚਾਹੀਦੀ ਹੈਗੀ ਹੈ। ਓਨਲੀ ਦੈਨ ਪੀਪਲ ਵਿਲ ਟਰਸਟ ਯੂ। ਸਾਨੂੰ ਨਹੀਂ ਪਤਾ ਤੁਸੀਂ ਅੰਦਰ ਕੀ ਗੱਲ ਕਰ ਰਹੇ ਹੈਗੇ ਉਹਨਾਂ ਦੇ ਨਾਲ, ਮਿਨਿਸਟਰ ਨਾਲ ਜਾ ਕੇ, ਔਰ ਬਾਹਰ ਉਹਨੂੰ ਕਿਸ ਤਰ੍ਹਾਂ ਆ ਕੇ ਇੰਟਰਪ੍ਰੇਟ ਕਰ ਰਹੇ ਹੈਗੇ ਹੋ। ਦਿਸ ਇਜ਼ ਅ ਟੋਟਲੀ ਰੋਂਗ ਅਪਰੋਚ। Now this is a 0 and 1 kind of situation। ਜੇਕਰ ਉਹ ਤੁਹਾਡੀਆਂ ਦੋ ਮੇਨ ਡਿਮਾਂਡਸ ਫਾਰਮਸ ਲਾਜ਼ ਨੂੰ ਵਿਡਰਾ ਕਰਨ ਵਾਲੀ ਔਰ MSP ਵਾਲੀ ਮੰਨ ਲੈਂਦੇ ਹੈਗੇ ਹੈ ਤਾਂ ਉਹ 1 ਹੈ। ਜਿਸ ਤਰ੍ਹਾਂ ਸਵਿਚ ਹੁੰਦਾ ਨਾ, ਟੌਗਲ ਸਵਿਚ ਔਨ ਆਫ ਵਾਲਾ, ਉਸ ਤਰ੍ਹਾਂ ਦੀ ਸਿਚੁਏਸ਼ਨ ਹੈ। If the government agrees to accept your two main demands of withdrawal of these farm laws and the second of this law for this MSP, guaranteeing of MSP, then this is one situation, that means the switch is on। ਜੇ ਨਹੀਂ ਮੰਨਦੇ ਹੈਗੇ clearly, then the switch is off, that is a zero situation। ਅਗਰ ਉਹ 1 ਸਿਚੁਏਸ਼ਨ ਗਵਰਨਮੈਂਟ ਮੰਨ ਲੈਂਦੀ ਹੈਗੀ ਹੈ ਤਾਂ ਉਹਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। They can publicly through their website or through PIB, Press Information Bureau, they can communicate this thing to you as well as other citizens of India or people who are sitting abroad। ਉਹਨਾਂ ਨੂੰ they can easily communicate। ਉਹਦੇ ਵਾਸਤੇ ਕਿਸੇ ਮੀਟਿੰਗ ਦੀ ਜ਼ਰੂਰਤ ਨਹੀਂ ਹੈਗੀ। And if they agree to repeal these laws and give legal guarantee for MSP, they can communicate through this publicly available channels। Then if you want, these farm leaders want, they can go to meet the ministers to chalk out the final roadmap for implementing their acceptance ਕਿ ਇਹਨਾਂ ਨੂੰ ਕਿਸ ਤਰ੍ਹਾਂ ਵਿਡਰਾ ਕੀਤਾ ਜਾਏਗਾ ਔਰ MSP ਦੀ ਕਿਸ ਤਰ੍ਹਾਂ ਲੀਗਲ ਗਾਰੰਟੀ। ਉਹ ਫਾਈਨਲ ਮੀਟਿੰਗ ਵਾਸਤੇ ਇੱਕ ਜਾ ਸਕਦੇ ਹੈਗੇ ਆ, ਪਰ ਉਹਦੀ ਵੀ ਉਹਲੀ ਜਿਹੜੀ ਮੀਟਿੰਗ ਹੋਏਗੀ ਉਹਨੂੰ ਲਾਈਵ ਸਟ੍ਰੀਮ ਕਰੋ ਉਹਨੂੰ। ਅਨਪੜ੍ਹਾਂ ਦੀ ਤਰ੍ਹਾਂ ਜੇਕਰ ਤੁਸੀਂ ਕੰਮ ਕਰਦੇ ਰਹੋਗੇ ਤਾਂ nobody will trust you। ਤਾਂ ਇਹਨੂੰ ਤੁਸੀਂ ਲਾਈਵ ਸਟ੍ਰੀਮ ਕਰੋ ਔਰ ਉਹਦੀ ਇੱਕ ਆਡੀਓ ਵੀਡੀਓ ਰਿਕਾਰਡਿੰਗ ਅਵੇਲੇਬਲ ਕਰਵਾਓ ਲੋਕਾਂ ਦੇ ਸਾਹਮਣੇ ਸਾਰੇ। ਦਿਸ ਸ਼ੁੱਡ ਬੀ ਯੋਰ ਫਸਟ ਏਜੰਡਾ ਆਈਟਮ ਫॉर द नेक्स्ट मीटिंग दैट यू आर गोइंग टू होल्ड विद द मिनिस्टर्स। ਪਹਿਲੀ ਗੱਲ ਤਾਂ ਉਹਨਾਂ ਨੂੰ ਮਿਲਣ ਹੀ ਨਾ ਜਾਓ। ਜੇ ਮਿਲਣ ਜਾਣਾ ਤਾਂ ਉਹਨਾਂ ਨੂੰ ਕਹੋ ਕਿ ਸਾਰੀ ਇਹ ਮੀਟਿੰਗ ਜਿਹੜੀ ਹੈਗੀ ਹੈ 8 ਤਰੀਕ ਦੀ ਲਾਈਵ ਸਟ੍ਰੀਮ ਹੋਏਗੀ। ਉਸੇ ਵਕਤ ਉਹਨੂੰ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਜਾਂ ਵੀਡੀਓ ਚੈਨਲਸ ਦੇ ਉੱਤੇ ਇਹ ਲਾਈਵ ਸਟ੍ਰੀਮ ਹੋਣੀ ਚਾਹੀਦੀ ਹੈਗੀ ਮੀਟਿੰਗ, ਐਂਡ ਇਟ ਸ਼ੁੱਡ ਬੀ ਰਿਕਾਰਡਡ ਆਲਸੋ ਫॉर ਫਿਊਚਰ ਯੂਜ਼। ਤਾਂ ਇਹ ਬਹੁਤ ਜ਼ਰੂਰੀ ਹੈਗਾ। ਔਰ ਤੁਸੀਂ ਜੇਕਰ ਇਹ ਸੋਚ ਰਹੇ ਹੋਗੇ, ਨੈਕਸਟ ਪੁਆਇੰਟ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈਗਾ ਵਾਂ, ਇਫ ਯੂ ਥਿੰਕ that this kind of dharnas or these sit-ins that you are having on the outskirts of Delhi, it will have any impact on Narendra Modi Prime Minister or his government, you are totally mistaken।
ਇਹਦਾ ਕੋਈ ਅਸਰ ਹੋਣ ਵਾਲਾ ਨਹੀਂ ਹੈ। ਤੁਸੀਂ ਜਿੰਨੀਆਂ ਟਰੈਕਟਰ ਮਾਰਚ ਵਗੈਰਾ ਜੋ ਕਰਨੀ ਹੈ ਕਰ ਲਓ, ਇਹਦਾ ਕੋਈ ਅਸਰ ਹੋਣ ਵਾਲਾ ਨਹੀਂ ਹੋਗੇ ਅਨਲੈਸ ਔਰ ਅੰਟਿਲ ਯੂ ਚੈਲੰਜ ਹਿਸ ਪਾਵਰ ਐਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ। ਉਹਦੀ ਵਾਸਤੇ ਕੋਈ ਸਕੀਮ ਦੱਸੋ। If you are not able to challenge his position, then these all these schemes that you are giving for this next few days until I think 26th of January, those are totally meaningless. They have no meaning at all. ਤੁਸੀਂ ਇਹਨੂੰ ਸਮਝ ਲਓ। ਜੇਕਰ ਤੁਸੀਂ ਉਹਦੀ ਇਲੈਕਸ਼ਨਸ ਦੇ ਵਿਕਟਰੀਜ਼ ਨੂੰ ਚੈਲੰਜ ਨਹੀਂ ਕਰ ਸਕਦੇ ਹੈਗੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈਗਾ। then these meetings are utterly useless. So instead of focusing on Modi's farm laws, you should focus on Modi government. This is very important. Try to understand this. Otherwise all these are skits. ਤਮਾਸ਼ਾ ਕਰ ਰਹੇ ਹੈਗੇ ਤੁਸੀਂ। ਇਹਦਾ ਕੋਈ ਮਤਲਬ ਨਹੀਂ ਹੈਗਾ। ਜਿੰਨਾ ਮਰਜ਼ੀ ਇਹਨੂੰ ਚਲਾ ਲਓ। ਯੂ ਆਲਰੇਡੀ ਨੋ ਅਬਾਊਟ the arrogance of this government. So this government is not going to succumb to these tactics that you are trying to employ. ਕਿ ਤੁਸੀਂ ਬਾਹਰ ਆ ਕੇ ਉਹਦੇ ਆਊਟਸਕਰਟਸ ਦੇ ਉੱਤੇ ਬੈਠ ਕੇ ਜਾਂ ਟਰੈਕਟਰ ਮਾਰਚ ਕਰੋਗੇ ਜਾਂ ਹੋਰ ਕੋਈ ਪ੍ਰੋਟੈਸਟ ਕਰੋਗੇ, ਉਹਦਾ ਕੋਈ ਅਸਰ ਹੋਣ ਵਾਲਾ ਨਹੀਂ ਹੈਗਾ। So what you have to do is you have to make a plan to challenge Narendra Modi's position as Prime Minister of India. So this is a political objective that you have to achieve. This is going to be extremely difficult objective if you have to achieve this. So for this you have to make some plan. ਇਹਦਾ ਕੋਈ ਫਰਕ ਨਹੀਂ ਪੈਣ ਵਾਲਾ ਜਿਹੜੀਆਂ ਤੁਸੀਂ ਪ੍ਰੋਟੈਸਟ ਵਗੈਰਾ ਕਰ ਰਹੇ ਹੈਗੇ ਹੋ। And if you think means I hear on this channels that you also claim that ਪੂਰਾ ਵਰਲਡ ਤੁਹਾਨੂੰ ਸਪੋਰਟ ਕਰ ਰਿਹਾ ਹੈਗਾ। ਮੀਨਸ ਇੱਕ ਜਸਟਿਨ ਟਰੂਡੋ ਨੇ ਇੱਕ ਸਟੇਟਮੈਂਟ ਦੇ ਦਿੱਤੀ ਹੈਗੀ, ਉਹਨੇ ਇੱਕ ਲਾਜ਼ ਦੇ ਬਾਰੇ ਨਹੀਂ ਸਟੇਟਮੈਂਟ ਦਿੱਤੀ ਹੈਗੀ। ਤੁਸੀਂ ਉਹਦੇ ਵਿੱਚ ਵੀ ਗੁੰਮਰਾਹ ਕਰ ਰਹੇ ਹੈਗੇ ਹੋ। ਜਸਟਿਨ ਟਰੂਡੋ ਹੈਜ਼ ਓਨਲੀ ਸੈਡ that Canadian Prime Minister is Justin Trudeau. So he has only said that these farmers should be given a right to peacefully protest. ਉਹ ਸਾਰੀ ਦੁਨੀਆ ਕਹਿੰਦੀ ਹੈਗੀ that is a general kind of statement. ਇਹਨੂੰ ਕੋਈ ਵੱਡੀ ਤੁਸੀਂ ਅਚੀਵਮੈਂਟ ਨਾ ਸਮਝੋ। ਇਹੋ ਜਿਹੀਆਂ ਸਟੇਟਮੈਂਟਸ ਮੈਂ ਇਹਦੇ ਉੱਤੇ ਮੀਨਸ ਆਈ ਰਾਈਟ ਅ ਲੋਟ। ਇਹੋ ਜਿਹੀਆਂ ਸਟੇਟਮੈਂਟਸ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਵਾ ਹਰ ਰੋਜ਼ ਆਉਂਦੀਆਂ ਹੈਗੀਆਂ ਨਰਿੰਦਰ ਮੋਦੀ ਦੀ ਗਵਰਨਮੈਂਟ ਦੇ ਬਾਰੇ। ਹਰ ਰੋਜ਼ ਮੀਨਸ ਰੈਗੂਲਰਲੀ ਯੂਰੋਪੀਅਨ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਹੁੰਦੇ ਹੈਗੇ ਆ ਜਾਂ ਅਮਰੀਕਾ ਦੇ ਕਾਂਗਰਸ ਵਾਲੇ ਕ੍ਰਿਟੀਸਾਈਜ਼ ਕਰਦੇ ਹੈਗੇ ਆ, ਉਹ ਆਉਂਦੀਆਂ ਰਹਿੰਦੀਆਂ ਹੈਗੀਆਂ। Even I would say the Human Rights Commissioner has filed a case against CAA in Indian Supreme Court. ਉਹਦਾ ਵੀ ਕੋਈ ਫਰਕ ਨਹੀਂ ਪਿਆ ਹੈਗਾ। ਤਾਂ ਤੁਸੀਂ ਇਹ ਕੋਈ ਨਾ ਸੋਚੋ ਕਿ ਬਈ ਇਹ ਤੁਹਾਨੂੰ ਪੂਰਾ ਵਰਲਡ ਸਪੋਰਟ ਕਰ ਰਿਹਾ ਹੈਗਾ। You have to do it yourself. So make a comprehensive plan, one by one steps, that these are the steps that you are going to take for this movement that you are running. ਉਹਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹੈਗਾ ਫਾਰਮ ਲਾਜ਼ ਦਾ ਮੂਵਮੈਂਟ ਨਹੀਂ ਹੋਣਾ ਚਾਹੀਦਾ ਹੈਗਾ। ਦਿਸ ਮੂਵਮੈਂਟ ਸ਼ੁੱਡ ਬੀ ਅਬਾਊਟ ਦ ਗਵਰਨਮੈਂਟ। ਤੁਸੀਂ ਹਾਊ ਡੂ ਯੂ ਚੈਲੰਜ ਦ ਡੋਮੀਨੈਂਸ ਆਫ ਦਿਸ ਗਵਰਨਮੈਂਟ ਥਰੂ ਡੈਮੋਕ੍ਰੈਟਿਕ ਪ੍ਰੋਸੈਸਿਸ ਇਲੈਕਸ਼ਨਸ। ਉਹਦਾ ਤੁਸੀਂ ਕੋਈ ਜੇਕਰ ਤੁਹਾਡੇ ਕੋਲ ਹੈ ਸਕੀਮ ਤਾਂ ਉਹ ਤੁਸੀਂ ਸ਼ੇਅਰ ਕਰੋ। ਬਾਕੀ ਸਭ ਕੁਝ ਬਕਵਾਸ ਹੈ। ਰੈਸਟ ਐਵਰੀਥਿੰਗ ਇਜ਼ ਟੋਟਲੀ ਅਟਰਲੀ ਮੀਨਿੰਗਲੈਸ। ਇਹ ਤੁਸੀਂ ਸਮਝੋ। ਅੱਜ ਦੇ ਵੀਡੀਓ ਵਿੱਚ ਵੀ ਮੈਂ ਇਹੀ ਕਹਿਣਾ ਸੀ। In the next video I will take up some other issue about this farmers protest. Thank you very much. I will come back again.